ਵਾਹਿਗੁਰੂ ਜੀ। ਮੰਨੇ ਕੀ ਗਾਤ ਕਹੀ ਨਾ ਜਾਏ, ਜੇ ਕੋ ਕਹੈ ਪਿਛੈ ਪਛੁਤਾਏ। ਕਾਗਦ ਕਲਮ ਨ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਮੰਨੇ ਕੀ ਗਤ ਕਹੀ ਨਾ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗ੍ਰੀਨ ਨਿਵਾਜ ਅੰਤਰਜਾਮੀ ਭਗਤ ਵਛਲ, ਕਿਰਪਾ ਦੇ ਖਜ਼ਾਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬਿਰਾਜਮਾਨ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ। ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ 11 ਪੌੜੀਆਂ ਸ਼ਰਵਣ ਕਰ ਚੁੱਕੇ ਹਾਂ ਸ੍ਰੀ ਜਪਜੀ ਸਾਹਿਬ ਜੀ ਦੀਆਂ। 12ਵੀਂ ਪੌੜੀ ਸੋ ਪਿੱਛੇ ਸੁਣਨ ਤੋਂ ਬਾਅਦ ਸ਼ਰਵਣ ਦੀ ਮਹਿਮਾ ਅਤੇ ਹੁਣ ਮੰਨਣ ਦੀ ਮਹਿਮਾ ਦੱਸਦੇ ਨੇ। ਜਿਵੇਂ ਮਨੁੱਖ ਪਹਿਲਾਂ ਕਿਸੇ ਚੀਜ਼ ਬਾਰੇ ਸੁਣਦਾ ਹੈ ਅਤੇ ਫਿਰ ਮੰਨਣ ਕਰਦਾ, ਉਹਦਾ ਮਨ ਮੰਨ ਜਾਂਦਾ। ਕਿਸੇ ਵੀ ਚੀਜ਼ ਦੀ ਉਦਾਹਰਨ ਜੇ ਆਪਾਂ ਬਣਾ ਲਈਏ, ਕਿਸੇ ਨੇ ਕਿਹਾ ਕਿ ਆਹ ਚੀਜ਼ ਬਹੁਤ ਹੀ ਮਿੱਠੀ ਹੈ, ਮਨ ਨਹੀਂ ਮੰਨਿਆ, ਪਰ ਦੱਸਣ ਵਾਲੇ ਨੇ ਉਹ ਥੋੜੀ ਜਿਹੀ ਕੋਈ ਵੀ ਚੀਜ਼ ਹੈ ਜਦੋਂ ਖਾਣ ਨੂੰ ਦਿੱਤੀ, ਜ਼ੁਬਾਨ ਤੇ ਲਾਈ, ਉਸ ਵਕਤ ਮੰਨਣ ਦਾ ਐਕਸ਼ਨ ਕਰਦਾ ਮੂੰਹ ਦੇ ਉੱਤੇ, ਹਾਂ ਮਿੱਠੀ ਹੈ, ਚਲੋ ਅਸੀਂ ਵੀ ਲੈ ਲੈਂਦੇ ਹਾਂ। ਉਸ ਵਕਤ ਉਸ ਚੀਜ਼ ਨੂੰ ਉਸ ਬੰਦੇ ਨੇ 5 ਕਿਲੋ 10 ਕਿਲੋ ਲੈ ਲਿਆ। ਲੈ ਕਰਕੇ ਜੋ ਉਸ ਤੋਂ ਬਾਅਦ ਉਹਦਾ ਭਾਵ ਕਿ ਉਹਨੇ ਇਹ ਕਮਾ ਲਿਆ, ਸੁਣਿਆ, ਫਿਰ ਮੰਨਣਾ, ਫਿਰ ਕਮਾਉਣਾ, ਫਿਰ ਉਹਦੀ ਪ੍ਰਾਪਤੀ ਹੈ। ਭਾਵ ਜਦੋਂ ਮੁੱਖ ਦੇ ਵਿੱਚ ਚੀਜ਼ ਚਲੀ ਗਈ, ਉਹਨੇ ਆਪਣਾ ਪ੍ਰਭਾਵ ਪਾਇਆ, ਸਰੀਰ ਦੇ ਉੱਤੇ ਅੱਛਾ ਪ੍ਰਭਾਵ ਬਣਿਆ, ਤੰਦਰੁਸਤੀ ਹੋ ਗਈ। ਭਾਵ ਕਹਿਣ ਦਾ ਕਿ ਸੁਣ ਕੇ ਪਹਿਲਾਂ ਮੰਨਣਾ, ਮੰਨ ਕੇ ਕਮਾਉਣਾ, ਫਿਰ ਪ੍ਰਾਪਤੀ। ਉਹਨੂੰ ਕਹਿੰਦੇ ਤਤਵੰ ਦਾ ਸੋਧਨ ਕਰਨਾ। ਜੀਵ, ਆਤਮਾ ਅਤੇ ਪਰਮਾਤਮਾ, ਇਹ ਦੋਨਾਂ ਦਾ ਮਿਲਾਪ ਕਰਾਉਣਾ। ਇਹਦੇ ਵਿਚਕਾਰ ਜਿਹੜੀ ਕੱਚੀ ਚੀਜ਼ ਹੈ ਮਾਇਆ ਦੇ ਪਦਾਰਥ, ਉਹਨਾਂ ਨੂੰ ਝੂਠੇ ਜਾਣ ਕੇ ਤਿਆਗ ਦੇਣਾ, ਉਹਨਾਂ ਨੂੰ ਅਸਤ ਜੜ ਦੁੱਖ ਰੂਪ ਜਾਣ ਕੇ ਤਿਆਗਣਾ ਅਤੇ ਸਾਰ ਤੱਤ ਨੂੰ ਗ੍ਰਹਿਣ ਕਰ ਲੈਣਾ। ਇਸੇ ਤਰ੍ਹਾਂ ਜਦੋਂ ਆਪਾਂ ਕਹਿੰਦੇ ਹਾਂ ਕਿ ਗੁਰੂ ਘਰ ਬਾਰੇ ਸ਼ੁਰੂ ਹੁੰਦੀ ਗੱਲ, ਬਈ ਗੁਰੂ ਵਾਲੇ ਬਣੋ, ਆਹ ਸਾਰੀਆਂ ਚੀਜ਼ਾਂ ਖਾਣੀਆਂ ਮਾੜੀਆਂ ਛੱਡ ਦਿਓ, ਸੰਗਤ ਵਿੱਚ ਆ ਕੇ ਬੈਠਿਆ ਕਰੋ, ਕਥਾ ਕੀਰਤਨ ਸੁਣਿਆ ਕਰੋ, ਬਾਣੀ ਪੜ੍ਹਿਆ ਕਰੋ, ਬਾਣੀ ਮੰਨਿਆ ਕਰੋ, ਫਿਰ ਇਹਦੀ ਕਮਾਈ ਕਰੋ, ਨਾਮ ਜਪੋ, ਪਾਠ ਕਰੋ। ਇਹਨਾਂ ਸਾਰੀਆਂ ਚੀਜ਼ਾਂ ਤੇ ਸੰਸਾਰੀ ਜੀਵ ਦਾ ਮਨ ਨਹੀਂ ਮੰਨਦਾ। ਉਹ ਇਹ ਸਮਝਦਾ ਹੈ ਕਿ ਮੈਂ ਜਿਹੜੇ ਕੰਮ ਦੁਨੀਆ ਅੰਦਰ ਕਰਦਾ, ਇਹ ਜਦੋਂ ਅਸੀਂ ਗੁਰਦੁਆਰੇ ਜਾਵਾਂਗੇ, ਕੀਰਤਨ ਸੁਣਾਂਗੇ, ਕਥਾ ਸੁਣਾਂਗੇ, ਪਾਠ ਕਰਾਂਗੇ, ਉਹ ਇਹ ਸਮਝਦਾ ਸਾਡਾ ਟਾਈਮ ਖਰਾਬ ਹੁੰਦਾ, ਇਹਦੇ ਨਾਲ ਅਸੀਂ ਕੰਮਾਂ ਕਾਰਾਂ ਨੂੰ ਫਿਰ ਕਿਵੇਂ ਕਰਾਂਗੇ, ਬੱਚੇ ਕਿਵੇਂ ਪਾਲਾਂਗੇ। ਮਹਾਰਾਜ ਕਹਿੰਦੇ ਨੇ, ਜੇ ਤੂੰ ਸਤਸੰਗਤ ਚ ਆਏਗਾ, ਬਾਣੀ ਪੜ੍ਹੇਗਾ, ਗੁਰੂ ਵਾਲਾ ਬਣੇਗਾ, ਤਾਂ ਸਤਿਗੁਰੂ ਵੀ ਤੇਰੀ ਬਾਂਹ ਫੜਨਗੇ, ਕਿਉਂਕਿ ਸਤਿਗੁਰੂ ਬਹੁਤ ਵੱਡੇ ਨੇ। ਸੋ ਇਸ ਤਰ੍ਹਾਂ ਜੇ ਕੋਈ ਬੰਦਾ ਪਾਣੀ ਦੇ ਵਿੱਚ, ਸਮੁੰਦਰ ਵਿੱਚ ਤਰਦਾ ਫਿਰਦਾ, ਕਿੰਨੀ ਕੁ ਦੇਰ ਤਰ ਲਵੇਗਾ ਇਕੱਲਾ, ਉਹਦੀ ਸਮਰੱਥਾ ਨਹੀਂ। ਜੇ ਉਹਨੂੰ ਕਹੀਏ ਕਿ ਆ ਤੂੰ ਆ ਜਹਾਜ਼ ਵਿੱਚ ਬੈਠ ਜਾ ਪਾਣੀ ਵਾਲੇ 'ਚ,
वो ये कहे नहीं नहीं जे मैं जहाज च बह गया फिर मैं परे किवें पहुंचूंगा, मैं तो तरके जा रहा। ये उहदी अज्ञानता है। जिवें कोई बंदा दौड़िया जांदा सी, कोई काम सी, उहनूं सड़क दे किनारे ते भज्जिया जावे, मित्र दोस्त ने गड्डी रोकी, कहंदे आ किधर जाना, मैं लै चलना, कहंदा मैनूं काहली है, तूं चल, मैं भज के जाना। उहनूं ये नहीं पता कि गड्डी छेती लै जांदी है। सो इस तरह दीयां अज्ञान भरियां गल्लां संसार करदा है कि बाणी पढ़न नाल फिर की बनेगा। कोई कहंदा इत्थों तक भी अपनी कौम दे विच लोग बैठे, कहना जपजी साहब ने किहड़ा रोटी दे देनी है, रोटी का काम कीतियां ही मिलनी है। असीं जी डिग्री लवांगे, फिर डिग्री लवांगे, फिर नौकरी करांगे। इस गल्लों सिख कौम साडी 95% अणजाण ही है भी ये जिहड़ी रोटी देनी है, कपड़ा देना, मकान देना, ये मनुखा दे ही किहने दित्ती है? ये डिग्री ने दित्ती है? मनुखा दे ही किहने देती? धरती किहने बनाई है? जदों संगत विच बहा के जीव नूं समझाईदा भाई परमात्मा ने सब कुछ बनाया, परमात्मा ने ही देना, भगती नाल सब कुछ मिलदा। राजे ध्रुव नूं राज मिलिया है, प्रहलाद नूं मिलिया है, सब कुछ वाहिगुरू दिंदे ने, नाम जपण नाल मिलदा। पहलां तां जीव दा सुणन नूं ही चित्त नहीं करदा, कथा कीर्तन बाणी नूं। जे किते आ भी गया तो फिर फार्मैलिटी जी करके चला जांदा, मन्नण नूं चित्त नहीं करदा। पर जे मन्नण विच आ गया फिर कमा नहीं सकदा। कहना गल तां थोड़ी सारी ठीक है कथा च, पर साडे कोल कमाउण नूं टाइम नहीं, इन्ना टाइम नहीं कि असीं इन्ने पाठ कर सकीए। जे कमाउण लग पिया फिर प्राप्ति विच शंके खड़े हो जाते ने, पता नहीं मिलना कि नहीं मिलना, पता नहीं मेरा की बनेगा। सो महाराज कहते ने भाई श्रवण करो, फिर मनन करो, फिर कमाओ, सतगुरु ते भरोसा करो, महाराज ते यकीन करो। सैल पत्थर में जंत पाए, ता कर रिजक आज्ञा कर धरिया, मेरे माधव जी सतसंगत मिले सुतरिया। गुर प्रसाद परम पद पाया, सूके कास्ट हारिया। जनन पिता लोक सुत बंता, कोई न किसकी तरिया। सिर सिर रिजक संभाहे ठाकुर, काहे मन भाव करिया। हरेक दे सिर बा सिर परमात्मा रिजक भेजदा है, फिर मन विच काहदा डर है। सतगुरु तो तरक्की दिंदे ने बहुत, आत्मक तौर ते, सरीरक तौर ते, पर सिख ये तरक्की नूं जे समझ लवे तां तरक्की कर जांदा। हुण सिद्धा ने बचन किया महाराज नूं कि आप जी ने सानूं श्रवण दा महात्म दस्सिया कि सुणन दा महात्म बहुत भारी है, पर नाम नूं सुण के जिन्हां ने मनन कीता हुण उन्हां दी किरपा करके रीति दसो। महाराज सच्चे पातशाह कहण लगे मन्ने की गाते कही ना जाए। सतगुरु कहने जिन्हां ने नाम नूं सुण के फिर मनन कीता है उन्हां दी जिहड़ी गत है, गत मतलब उन्हां दी रीति, उन्हां दी अवस्था, वो प्राप्ति गमता जिहड़ी है ना, गमनता पर चाल ज्ञान जां उन्हां दे हालात, उन्हां दी अवस्था कुछ भी है, उन्हां दी पहुंच कित्थे तक है, ये कही नहीं जा सकती। मनन करन वाले दी गत अवस्था नूं कोई दस के नहीं कह सकता कि कितनी वड्डी अवस्था है, क्योंकि देखण नूं शरीर सारिआं दे इक्को जिहे हुंदे ने। ब्रह्म ज्ञानी भी अपने च बैठा होवे वो भी अपने वांगू ही लगदे ने, पर उन्हां दी जिहड़ी इंटरनल अवस्था वो बहुत ज़्यादा गांह जा चुकी है। वो साडियां गल्लां ते बड़ा हसदे ने भी ये निआणे हैं, इन्हां नूं पता तां है नहीं किसी गल दा। जिवें क्योंकि जिहड़ी गुरबाणी की अवस्था कोई भी चौथे पद विच ही है सारी, इसे करके अज साडी कौम दे अंदर बहुते लोग जिहड़े ने बहुत गल्लां तो अणजाण ही ने और बहुत गल्लां पिछे झगड़े करते हैं, बहुत गल्लां पिछे अपनी जिद नूं पगाउण लई
कि जो मैं कहना वो ठीक है, पर जो आपां कह रहे हैं वो ठीक नहीं। जो गुर कहे सोई भल मानो, हर हर कथा निराली। ਇਹ ਤਾਂ ਜੋ ਸਤਿਗੁਰੂ ਜੀ ਕਹਿੰਦੇ ਨੇ ਅਸਲ ਵਿੱਚ ਉਹ ਠੀਕ ਹੈ। ਮਨੁੱਖ ਕੁਝ ਵੀ ਕਹਿੰਦਾ ਉਹ ਠੀਕ ਨਹੀਂ, ਕਿਉਂਕਿ ਮਨੁੱਖ ਬਹੁਤ ਸਾਰੀਆਂ ਮਰਿਆਦਾਵਾਂ ਮਨੁੱਖ ਦੀਆਂ ਆਪਣੀਆਂ ਹੀ ਘੜੀਆਂ ਹੋਈਆਂ ਹੁੰਦੀਆਂ, ਅਤੇ ਜਦੋਂ ਦੁਨੀਆ ਦੇ ਅੰਦਰ ਕੋਈ ਵੱਡਾ ਬੰਦਾ ਮਰਿਆਦਾ ਨੂੰ ਚਲਾਉਂਦਾ ਸਾਰੇ ਲੋਕ ਸਮਝਦੇ ਵੀ ਠੀਕ ਕਰ ਰਿਹਾ, ਪਰ ਜਦੋਂ ਆਪਾਂ ਉਸੇ ਮਰਿਆਦਾ ਬਾਰੇ ਪੂਰੀ ਜਾਣਕਾਰੀ ਲੈਂਦੇ ਹਾਂ, ਕਈ ਵਾਰ ਵੱਡੇ ਵੱਡੇ ਬੰਦੇ ਗਲਤ ਨਿਕਲ ਆਉਂਦੇ ਉਹਦੇ 'ਚ, ਕਿਉਂਕਿ ਜਿੱਥੇ ਸਤਿਗੁਰ ਨੇ ਉੱਥੇ ਮਨੁੱਖ ਦੀ ਪਹੁੰਚ ਨਹੀਂ ਹੈ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਵਚਨ ਕਰਦੇ ਨੇ ਕਿ ਇਹ ਮੰਨਣ ਕਰਨ ਵਾਲਿਆਂ ਦੀ ਅਵਸਥਾ ਨਹੀਂ ਕਹੀ ਜਾ ਸਕਦੀ। ਜੇ ਕੋ ਕਹੈ ਪਿੱਛੇ ਪਛਤਾਏ, ਤੇ ਜਿਹੜਾ ਕੋਈ ਕਹਿੰਦਾ ਹੈ ਕਿ ਉਹਨਾਂ ਦੀ ਸਮਗਰ ਰੀਤੀ ਅਤੇ ਅਵਸਥਾ ਨੂੰ ਮੈਂ ਕਥਨ ਕਰ ਸਕਦਾ ਹਾਂ, ਉਹ ਬਾਅਦ ਵਿੱਚ ਪਛਤਾਉਂਦਾ ਰਹੇਗਾ, ਕਿਉਂਕਿ ਜੇ ਕੋਈ ਕਿਸੇ ਕੰਮ ਨੂੰ ਕਰਨ ਲੱਗੇ ਤੇ ਉਹ ਕੰਮ ਸਿਰੇ ਨਾ ਚੜ੍ਹੇ ਤਾਂ ਜੀਵ ਨੂੰ ਫਿਰ ਪਛਤਾਤਾਪ ਹੀ ਕਰਨਾ ਪੈਂਦਾ। ਸੋ ਇਸੇ ਪ੍ਰਕਾਰ ਜਿਹੜੇ ਨਾਮ ਦੇ ਮੰਨਣ ਵਾਲੇ ਦੀ ਰੀਤੀ ਨੂੰ ਕਥਨ ਕਰਨ ਵਾਲਾ ਆਦਮੀ ਕਥਨ ਤੋਂ ਬਾਅਦ ਪਛਤਾਉਂਦਾ ਹੀ ਹੈ। ਸੋ ਇਸ ਤਰੀਕੇ ਨਾਲ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਮੰਨਣ ਦੀ ਅਵਸਥਾ ਬਹੁਤ ਵੱਡੀ ਹੈ। ਇੰਨੇ ਵਿੱਚ ਹੀ ਆਪਾਂ ਸਮਝ ਲਈਏ ਜਿਨ੍ਹਾਂ ਨੇ ਮੰਨਿਆ ਉਹਨਾਂ ਨੇ ਬਹੁਤ ਕੁਝ ਪ੍ਰਾਪਤ ਕੀਤਾ ਹੈ। ਤੇ ਮੰਨਣ ਕਰਨ ਵਾਲੇ ਦੀ ਅਵਸਥਾ ਨੂੰ ਕਹਿੰਦੇ ਕਹਿ ਨਹੀਂ ਸਕਦੇ ਤੇ ਲਿਖ ਵੀ ਨਹੀਂ ਸਕਦੇ। ਕਾਗਦ ਕਲਮ ਨਾ ਲਿਖਣ ਹਾਰ, ਨਾ ਕੋਈ ਐਸਾ ਕਾਗਜ਼ ਹੈ ਨਾ ਕਲਮ ਹੈ, ਨਾ ਹੀ ਕੋਈ ਲਿਖਣ ਵਾਲਾ ਲਿਖਾਰੀ ਹੈ, ਕਿਉਂਕਿ ਮਹਾਰਾਜ ਫਰਮਾਉਂਦੇ ਨੇ ਬਸੁਧ ਕਾਗਜ਼ ਬਨ ਰਾਜ ਕਲਮਾਂ, ਲਿਖਣ ਕਉ ਜੇ ਹੋਏ ਪਵਨ। ਬਸੁਧ ਹੁੰਦੀ ਧਰਤੀ ਦਾ ਕਾਗਜ਼ ਬਣਾ ਲਈਏ, ਬਨ ਰਾਜ ਸਾਰੇ ਜੰਗਲ ਦੇ ਦਰਖਤਾਂ ਦੀਆਂ ਕਲਮਾਂ ਬਣਾ ਲਈਏ ਵੱਢ ਕੇ। ਲਿਖਾਰੀ ਕੌਣ ਬਣੇ? ਜਿਹੜੀ ਹਵਾ ਹੈ, ਹਵਾ ਲੱਗ ਜਾਏ ਲਿਖਣ। ਸਮੁੰਦਰ ਦੀ ਬਣਾ ਲਈਏ ਸ਼ਾਹੀ ਦੀ ਦਵਾਤ, ਤੇ ਜਿੰਨੀ ਦੇਰ ਧਰਤੀ ਹੈ ਇੰਨੀ ਦੇਰ ਲਿਖੀ ਜਾਈਏ, ਯੁੱਗਾਂ ਤੱਕ ਕਲਪਾਂ ਤੱਕ ਲਿਖੀ ਜਾਈਏ। ਬੇਅੰਤ ਅੰਤ ਨਾ ਜਾਏ ਪਾਇਆ, ਗਹੀ ਨਾਨਕ ਚਰਨ ਸਰਨ। ਪਰ ਫੇਰ ਵੀ ਵਾਹਿਗੁਰੂ ਨੂੰ ਕੋਈ ਲਿਖ ਨਹੀਂ ਸਕਦਾ, ਬ੍ਰਹਮ ਗਿਆਨੀ ਦੀ ਕੋਈ ਅਵਸਥਾ ਦੱਸ ਨਹੀਂ ਸਕਦਾ, ਸਤਿਗੁਰੂ ਦੀ ਅਵਸਥਾ ਬਾਰੇ ਕੋਈ ਦੱਸ ਨਹੀਂ ਸਕਦਾ, ਕਿਉਂਕਿ ਸਤਿਗੁਰੂ ਤਾਂ ਵੱਡੇ ਤੋਂ ਵੱਡੇ ਨੇ, ਬ੍ਰਹਿਮੰਡ 'ਚ ਵਿਆਪਕ ਨੇ। ਮੰਨੇ ਕਾ ਬਹਿ ਕਰਨ ਵਿਚਾਰ, ਜੋ ਮੰਨਣ ਕਰਨ ਵਾਲੇ ਮਹਾਤਮਾ ਦਾ ਬੈਠ ਕੇ ਵਿਚਾਰ ਕਰੇ, ਚਾਹੇ ਕੋਈ ਕਾਬੇ ਵਿੱਚ ਬੈਠਾ ਵਿਚਾਰ ਕਰੇ, ਚਾਹੇ ਕੋਈ ਕਾਬਿਆ ਕੋਸ਼ ਵਾਲੇ ਵੀ 5-4 ਆਦਮੀ ਇਕੱਠੇ ਮਿਲ ਕੇ ਵਿਚਾਰ ਕਰਨ, ਤਾਂ ਵੀ ਉਹ ਇਹ ਸਮਗਰ ਰੂਪ ਵਿੱਚ ਕਥਨ ਨਹੀਂ ਕਰ ਸਕਦੇ। ਕਿਸੇ ਦੀ ਵੀ ਅਵਸਥਾ ਨੂੰ ਆਪਾਂ ਕਹਿ ਨਹੀਂ ਸਕਦੇ। ਇੱਕ ਚੀਜ਼ ਕਹੀ ਮਹਾਰਾਜ ਨੇ, ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ। ਬ੍ਰਹਮ ਗਿਆਨ ਵਿੱਚ ਵੀ ਜਿਵੇਂ ਸਟੇਜਾਂ ਨੇ ਸਾਰੀਆਂ, ਜਿਵੇਂ ਦੁਨਿਆਵੀ ਤੌਰ ਤੇ ਵਿਦਿਆ ਹੈ, ਪਹਿਲੀ ਕਲਾਸ, ਦੂਸਰੀ ਕਲਾਸ, 10ਵੀਂ ਕਲਾਸ, MA, ਅੱਗੇ ਤੋਂ ਅੱਗੇ ਹੋਰ ਖੋਜਾਂ, ਡਿਪਲੋਮੇ ਅੱਗੇ। ਇਸੇ ਤਰ੍ਹਾਂ ਹੀ ਬ੍ਰਹਮ ਗਿਆਨ ਦੀ ਖੋਜ ਵਿੱਚ ਵੀ ਅੱਗੇ ਤੋਂ ਅੱਗੇ ਇੰਨੀਆਂ ਗਾਹਾਂ ਤੱਕ ਅਵਸਥਾ ਪਈਆਂ ਨੇ। ਅੰਤਰਜਾਮਤਾ ਵੀ ਕਿਸੇ ਦੀ ਕਿੱਥੇ ਤੱਕ ਹੈ, ਕਿਸੇ ਦੀ ਕਿੱਥੇ ਤੱਕ ਹੈ, ਕਿਸੇ ਦੀ ਕਿੱਥੇ ਤੱਕ ਹੈ। ਸੋ ਮਹਾਰਾਜ ਕਹਿੰਦੇ ਜਿਹੜੀ ਪੂਰਨ ਅੰਤਰਜਾਮਤਾ ਹੈ ਉਹ ਸਿਰਫ ਅਕਾਲ ਪੁਰਖ ਨੂੰ, ਸਤਿਗੁਰਾਂ ਨੂੰ ਹੈ। ਸੋ ਇਸ ਕਰਕੇ ਮਹਾਰਾਜ ਕਹਿੰਦੇ ਨੇ ਉਹ ਮੰਨਣ ਕਰਨ ਵਾਲੇ ਦਾ ਵਿਚਾਰ ਬਹਿ ਕੇ ਜੇ ਕਰਨ ਤਾਂ ਵੀ ਸਾਰਾ ਕਥਨ ਨਹੀਂ ਕਰ ਸਕਦੇ, ਕਿਉਂਕਿ ਇੰਨੀਆਂ ਜਿਹੀਆਂ ਚੀਜ਼ਾਂ ਪਈਆਂ ਨੇ ਜਿਹੜੀਆਂ ਜਿੱਥੇ ਤੱਕ ਕਿਸੇ ਦੀ ਬੁੱਧੀ ਹੈ ਉੱਥੇ ਤੱਕ ਆਪੋ ਨਾਲ ਗੱਲ ਕਰਦੇ ਹਾਂ। ਅਭਿਆਸੀ ਪੁਰਸ਼ ਜਦੋਂ ਮਿਲਦੇ ਨੇ ਉਹ ਜੇ ਬਹਿ ਜਾਣ ਸਾਹਮਣੇ ਕੋਈ ਅਵਸਥਾ ਦੀ ਗੱਲ ਛੇੜ ਲੈਣ, ਜੇ ਲਾਗੇ ਬੰਦਾ ਬੈਠਾ ਹੋਊਗਾ, ਕਈ ਵਾਰੀ ਦੇਖਿਆ ਉਹ ਹੱਥ ਜੋੜ ਕੇ ਉੱਠ ਜਾਂਦਾ, ਕਹਿੰਦਾ ਜੀ ਮੇਰੀ ਤਾਂ ਹੁਣ ਸਮਝ ਤੋਂ ਪਰੇ ਆ। ਇੱਕ ਦਾ ਸਧਾਰਨ ਕੰਪਿਊਟਰ ਰੱਖਿਆ ਘਰੇ, ਇੱਕ ਬੰਦੇ ਨੇ ਇੰਟਰਨੈਟ ਲਾਇਆ, ਉਹਦਾ ਤਾਂ ਆਪਸ ਵਿੱਚ ਫਰਕ ਆ ਨਾ।
ਹੁਣ ਜਦੋਂ ਅਵਸਥਾ ਦਾ ਜ਼ਿਕਰ ਚੱਲਦਾ ਅੱਗੇ ਤੋਂ ਅੱਗੇ ਭੇਦ ਖੁੱਲ੍ਹਦੇ ਨੇ ਤਾਂ ਇਹਦੇ ਬਾਰੇ ਸਧਾਰਨ ਮਨੁੱਖ ਨੂੰ ਗਿਆਨ ਨਹੀਂ ਹੋ ਸਕਦਾ। ਐਸਾ ਨਾਮ ਨਿਰੰਜਨ ਹੋਏ। ਮਹਾਰਾਜ ਕਹਿੰਦੇ ਇਸ ਕਰਕੇ ਭਾਈ ਜਿਹੜਾ ਨਿਰੰਜਨ ਮਾਇਆ ਮਲ ਤੋਂ ਰਹਿਤ ਪਰਮਾਤਮਾ ਦਾ ਨਾਮ ਪਿੱਛੇ ਐਸਾ ਸੀ ਹੁਣ ਹੈ ਅੱਗੇ ਨੂੰ ਹੋਵੇਗਾ। ਜੇ ਕੋ ਮਨ ਜਾਣੈ ਮਨ ਕੋਏ। ਪਰ ਜਿਹੜਾ ਕੋਈ ਆਪਣੇ ਮਨ ਵਿੱਚ ਉਸ ਨਾਮ ਨੂੰ ਮੰਨਣਾ ਕਰਨਾ ਜਾਣਦਾ ਹੋਵੇ ਉਹੀ ਤਰਦਾ। ਹੁਣ ਸ਼ੁਰੂ ਚ ਆਇਆ ਸੀ ਮੰਨੇ ਕੀ ਗਤ ਕਹੀ ਨਾ ਜਾਏ, ਮੰਨੇ ਕਾ ਬਹਿ ਕਰਨ ਵਿਚਾਰ। ਇੱਥੇ ਇੱਕ ਲਾਂ ਲੱਗੀ ਹੋਈ ਹੈ। ਅਥਵਾ ਨਿਰੰਜਨ ਅੱਖਰ ਥੋੜਾ ਜਿਹਾ ਜ਼ੋਰ ਦੇ ਕੇ ਬੋਲਣਾ, ਜੇ ਕੋ ਮਨ ਕੱਸ ਕੇ ਬੋਲਣਾ, ਉੱਤੇ ਟਿੱਪੀ ਹੈ ਮੰਮੇ ਦੇ ਨੰਨੇ ਸਿਹਾਰੀ। ਮਨ ਜਾਣੈ, ਅਗਲੇ ਅੱਖਰ ਨੂੰ ਮਨ ਬੋਲਣਾ। ਜੇ ਕੋ ਮਨ ਜਾਣੈ ਮਨ ਕੋਏ, ਕਿਉਂਕਿ ਅੱਗੇ ਟਿੱਪੀ ਨਹੀਂ ਹੈ ਮੰਮਾ ਤੇ ਨੰਨੇ ਨੂੰ ਸਿਹਾਰੀ ਮਨ। ਇੱਕ ਹੁੰਦਾ ਮਨ, ਇਉਂ ਜੇ ਕੋ ਮਨ ਜਾਣੈ ਮਨ ਕੋਏ। ਇਸ ਤਰ੍ਹਾਂ ਇਹਦੀ ਸੰਥਿਆ ਦਾ ਵੀ ਖਿਆਲ ਰੱਖਣਾ ਨਾਲ ਨਾਲ। ਮੰਨੇ ਕੀ ਗਤ ਕਹੀ ਨਾ ਜਾਏ। ਸਤਿਗੁਰੂ ਕਹਿੰਦੇ ਹੁਣ ਇਹ ਜਿਹੜੀ ਆ ਨਾ ਮੰਨਣ ਕਰਨ ਦੀ ਗਤ ਇੱਥੇ ਦੱਸੀ ਇਸ ਪੌੜੀ ਦੇ ਵਿੱਚ, ਉਸ ਇਨਸਾਨ ਦੀ ਅਵਸਥਾ ਦਾ ਕਥਨ ਸਤਿਗੁਰੂ ਕਹਿੰਦੇ ਕੋਈ ਵੀ ਨਹੀਂ ਕਰ ਸਕਦਾ। ਤਾਂ ਤੇ ਸਤਿਗੁਰੂ ਨੇ ਸਾਨੂੰ ਇਸ ਪੌੜੀ ਦੇ ਵਿੱਚ ਬ੍ਰਹਮ ਗਿਆਨ ਦੀ ਅਵਸਥਾ ਜਾਂ ਨਾਮ ਨੂੰ ਮੰਨਣ ਕਰਨ ਵਾਲਿਆਂ ਦੀ ਅਵਸਥਾ ਦਾ ਕਥਨ ਕਰਕੇ ਜ਼ਿਕਰ ਕੀਤਾ। ਅਗਲੀ ਪੌੜੀ ਜਿਹੜੀ 13ਵੀਂ ਪੌੜੀ ਵਿੱਚ ਮਹਾਰਾਜ ਬਖਸ਼ਿਸ਼ ਕਰਦੇ ਨੇ, ਇਹ ਮੰਨਣ ਵਾਲੀ ਪਹਿਲੀ ਪੌੜੀ ਦੇ ਕੁੱਲ 63 ਅੱਖਰ ਆਏ ਨੇ। ਸੋ ਇਹ 13ਵੀਂ ਪੌੜੀ ਦੇ ਵਿੱਚ ਸਤਿਗੁਰੂ ਬਖਸ਼ਿਸ਼ ਕਰਦੇ ਨੇ ਕਿ ਨਾਮ ਦੇ ਮੰਨਣ ਨਾਲ ਮਨ ਬੁੱਧੀ ਸਹਿਤ ਚਤੁਸ਼ਟੇ ਅੰਤःਕਰਨ ਸ਼ੁੱਧ ਹੋ ਜਾਂਦਾ। ਮਨ ਬੁੱਧ ਚਿੱਤ ਹੰਕਾਰ ਚਾਰ ਚੀਜ਼ਾਂ ਨੂੰ ਚਤੁਸ਼ਟੇ ਕਹਿੰਦੇ ਨੇ, ਇਹਨੂੰ ਹੀ ਅੰਤःਕਰਨ ਕਹਿੰਦੇ ਨੇ। ਸਾਰੇ ਭਵਨਾਂ ਦੀ ਅੰਤਰਜਾਮਤਾ ਹੋ ਜਾਂਦੀ ਹੈ ਤੇ ਨਰਕਾਂ ਵਿੱਚ ਪੈ ਕੇ ਜਮਾਂ ਦੀਆਂ ਚੋਟਾਂ ਨਹੀਂ ਖਾਂਦਾ। ਸਤਿਗੁਰੂ ਕਹਿੰਦੇ ਜਿਨ੍ਹਾਂ ਨਾਮ ਦਾ ਮੰਨਣ ਕੀਤਾ। ਮੰਨੈ ਸੁਰਤ ਹੋਵੈ ਮਨ ਬੁੱਧ। ਇਹ ਹੁਣ ਦਲਾਈਆਂ ਸ਼ੁਰੂ ਹੋ ਗਈਆਂ, ਨੰਨੇ ਨੂੰ ਦਲਾਈਆਂ। ਮੰਨੈ ਪਹਿਲਾਂ ਸੀ ਮੰਨੇ ਕੀ ਗਤ ਕਹੀ ਨਾ ਜਾਏ। ਹੁਣ ਕਹਿੰਦੇ ਨੇ ਜਿਨ੍ਹਾਂ ਨੇ ਨਾਮ ਨੂੰ ਸੁਣ ਕੇ ਮੰਨਣ ਕੀਤਾ ਉਹਦੀ ਮਨ ਬੁੱਧੀ ਸੁਰਤ ਗਿਆਤ ਗੇ ਭਾਵ ਸ੍ਰੇਸ਼ਟ ਪ੍ਰੀਤੀ ਵਾਲੀ ਹੋ ਜਾਂਦੀ ਹੈ। ਸੋ ਉਹਦੀ ਮਨ ਅਤੇ ਬੁੱਧੀ ਦੇ ਵਿੱਚ ਸੁਰਤ ਹੁੰਦੀ ਗਿਆਤ ਹੋਣੀ। ਅਸਲ ਵਿੱਚ ਗਿਆਤ ਹੁੰਦੀ ਜਦੋਂ ਆਪਾਂ ਕਹਿੰਦੇ ਆ ਗੁਰੂ ਸਾਹਿਬ ਦਾ ਜ਼ਿਕਰ ਆਉਂਦਾ, ਮਹਾਰਾਜ ਨੇ ਨੇਤਰ ਬੰਦ ਕਰਕੇ ਕਿਹਾ ਭਾਈ ਆਦਮ ਨੂੰ, ਭਾਈ ਆਦਮ ਤੇਰੇ ਤਾਂ 100 ਜਨਮ ਪਿੱਛੇ 100 ਜਨਮ ਅੱਗੇ ਔਲਾਦ ਹੈ ਹੀ ਨਹੀਂ। ਇਹ ਹੁੰਦੀ ਮਨ ਅਤੇ ਬੁੱਧੀ ਦੇ ਅੰਦਰ ਗਿਆਤ ਹੋਣੀ। ਮੰਨੈ ਸੁਰਤ ਹੋਵੇ ਮਨ ਬੁੱਧ। ਮਨ ਬੁੱਧੀ ਸੁਰਤ ਤੋਂ ਭਾਵ ਹੈ ਚਿੱਤ ਅਤੇ ਹੰਕਾਰ ਚਤੁਸ਼ਟੇ ਅੰਤःਕਰਨ ਸ਼ੁੱਧ ਹੋ ਜਾਂਦਾ। ਵੇਦਾਂ ਦੇ ਸਿਧਾਂਤ ਦੇ ਮੰਨਣ ਕਰਨ ਵਾਲੀ ਬੁੱਧੀ ਹੋ ਜਾਂਦੀ, ਕਿਉਂਕਿ ਸੁਰਤ ਇੱਥੇ ਸੁਰਤੀ ਨੂੰ ਵੀ ਕਿਹਾ। ਸੋ ਰਤ ਹੁੰਦੀ ਹੈ ਸ੍ਰੇਸ਼ਟ ਪ੍ਰੀਤੀ ਦੀ ਪ੍ਰਾਪਤੀ ਹੋਣੀ, ਮਨ ਦੇ ਸੰਕਲਪ ਵਿਕਲਪ ਦੂਰ ਹੋਣੇ, ਆਤਮ ਵਿਸ਼ੈਣੀ ਬੁੱਧੀ, ਇਹ ਤਿੰਨੇ ਗੁਣ ਪ੍ਰਾਪਤ ਹੋ ਜਾਂਦੇ ਨੇ। ਭਾਵ ਬੁੱਧ ਹੈ ਆਤਮ ਵਿਸ਼ੈਣੀ ਬੁੱਧੀ ਮਿਲ ਜਾਣੀ। ਇੱਕ ਸਧਾਰਨ ਵਿਅਕਤੀ ਦੀ ਬੁੱਧੀ ਹੈ, ਇੱਕ ਆਤਮ ਵਿਸ਼ੈਣੀ ਬੁੱਧੀ ਹੈ। ਆਮ ਵੀ ਕਹਿੰਦੇ ਚਮੜਾ ਬੁੱਧੀ ਤੇ ਤੇਲੀਆ ਬੁੱਧੀ ਦੋ ਤਰ੍ਹਾਂ ਦੀਆਂ ਹੁੰਦੀਆਂ ਨੇ ਬੁੱਧੀਆਂ ਵੀ। ਚਮੜਾ ਬੁੱਧੀ ਉਹ ਹੁੰਦੀ ਆ ਜਿਹਨੂੰ ਜਿੰਨੀ ਗੱਲ ਕਹੀ ਓਨੀ ਕਰਿਆ, ਫਿਰ ਅਗਲੀ ਕੀਤੀ ਉਹਨਾਂ। ਕਹਿੰਦੇ ਉੱਥੇ ਤੁਸੀਂ ਮੈਨੂੰ ਭੇਜਿਆ ਸੀ ਆਹ ਚੀਜ਼ ਲੈਣ, ਕਹਿੰਦੇ ਪਰ ਉਹ ਦੂਜੀ ਚੀਜ਼ ਵੀ ਉੱਥੇ ਮਿਲਦੀ ਸੀ, ਕਹਿੰਦੇ ਉਹ ਵੀ ਲਿਆਉਣੀ ਸੀ, ਕਹਿੰਦੇ ਤੁਸੀਂ ਮੈਨੂੰ ਕਿਹਾ ਹੀ ਨਹੀਂ। ਇਹ ਹੈ ਉੱਥੇ ਕਿ ਦਿਮਾਗ ਖੜਾ ਰਹਿਣਾ। ਇੱਕ ਹੁੰਦੀ ਤੇਲੀਆ ਬੁੱਧੀ, ਇੱਕ ਕੰਮ ਭੇਜਿਆ 10 ਕਰਿਆ, ਕਹਿੰਦੇ ਬਹੁਤ ਸਿਆਣਾ ਬੰਦਾ। ਸੋ ਜਿਵੇਂ ਰਾਜੇ ਨੇ ਰੱਖਣਾ ਸੀ ਵਜ਼ੀਰ, ਵਜ਼ੀਰ ਚੜ੍ਹਾਈ ਕਰ ਗਿਆ। ਜਿਹੜਾ ਬੰਦਾ ਰਾਜੇ ਨੇ ਚੁਣਿਆ, ਪਰ ਰਿਸ਼ਤੇਦਾਰ ਕਹਿਣ ਨਹੀਂ ਫਲਾਨਾ ਰਿਸ਼ਤੇਦਾਰ ਵਜ਼ੀਰ ਬਣਾਓ ਆਪਣਾ। ਰਾਜਾ ਕਹਿੰਦਾ ਉਹਦੀ ਚਮੜਾ ਬੁੱਧੀ, ਇਹਦੀ ਤੇਲੀਆ ਬੁੱਧੀ ਹੈ। ਕਹਿੰਦੇ ਸਾਨੂੰ ਨਹੀਂ ਭਰੋਸਾ ਇਹਨਾਂ ਗੱਲਾਂ ਤੇ। ਉਸ ਵਕਤ ਰਾਜਾ ਲੈ ਗਿਆ ਉਹਨਾਂ ਨੂੰ ਜਿੱਥੇ ਰਾਜੇ ਦੀ ਹੱਦਬੰਦੀ ਸੀ ਰਾਜ ਦੀ, ਉੱਥੇ ਕੋਈ ਬਰਾਤ ਲੰਘ ਰਹੀ ਸੀ। ਰਿਸ਼ਤੇਦਾਰਾਂ ਨੂੰ ਕਹਿੰਦਾ ਚਲੋ ਪਹਿਲਾਂ ਜਿਹੜਾ ਆਪਣਾ ਤੁਹਾਡਾ ਵਜ਼ੀਰ ਬਣਾਉਣ ਨੂੰ ਫਿਰਦੇ ਮੈਂ ਇਹਨੂੰ ਭੇਜਦਾ। ਉਹ ਬੰਦਾ ਪਰੇ ਖੜਾ ਕਰ ਦਿੱਤਾ।
ਇਹਨੇ ਕਹਿੰਦੇ ਉਹ ਪੁੱਛ ਗਿਆ ਉਹ ਬਰਾਤ ਜਾ ਰਹੀ ਆ, ਕਿੱਧਰ ਜਾ ਰਹੀ? ਉਹ ਕਹਿੰਦੇ ਜੀ ਉਹ ਫਲਾਣੇ ਰਾਜੇ ਦੇ ਰਾਜ ਵਿੱਚ ਜਾ ਰਹੀ ਆ। ਕਿੱਥੋਂ ਆਏ ਨੇ? ਕਹਿੰਦੇ ਤੇ ਮੈਂ ਪੁੱਛਿਆ ਹੀ ਨਹੀਂ। ਫਿਰ ਜਾ, ਫਿਰ ਪੁੱਛ ਗਿਆ ਇਹ ਕਿਹੜਾ, ਉਹ ਰਾਜੇ ਦਾ ਕੀ ਨਾਮ ਆ? ਕਹਿੰਦਾ ਜੀ ਉਹ ਤਾਂ ਪੁੱਛਿਆ ਹੀ ਨਹੀਂ। ਫਿਰ ਕਹਿੰਦਾ ਉਹ ਰਾਜੇ ਦਾ ਕੀ ਨਾਮ? ਉਹ ਤਾਂ ਪੁੱਛਿਆ ਹੀ ਨਹੀਂ। 10 ਗੇੜੇ ਲੱਗੇ ਨੇ। ਉਹ ਜਿੰਨੀ ਗੱਲ ਕਹੀ ਉਨੀ ਕਰਕੇ ਆ ਜਾਏ। ਜਿਸ ਵਿਅਕਤੀ ਨੂੰ ਰਾਜੇ ਨੇ ਸਿਲੈਕਟ ਕੀਤਾ ਸੀ ਉਹਨੂੰ ਕਹਿੰਦਾ ਬਈ ਐਂ ਕਰ, ਬਰਾਤ ਜਾ ਰਹੀ, ਉਹਨੂੰ ਪੁੱਛ ਕਿੱਥੋਂ ਆਏ ਨੇ। ਉਹ ਜਾਂਦਿਆਂ ਸਾਰ, ਹਾਂ ਬਈ ਕਿੱਥੋਂ ਆਏ ਹੋ? ਉਸ ਰਾਜੇ ਦਾ ਕੀ ਨਾਮ? ਕਿੱਧਰ ਜਾਣਾ? ਉਸ ਰਾਜ ਦਾ ਕੀ ਨਾਮ ਹੈ? ਇਹ ਕੌਣ ਲੱਗਦੇ ਨੇ ਤੇਰੇ? ਆਹ ਮਗਰ ਕੌਣ ਨੇ? ਪੂਰੀ ਇਨਫੋਰਮੇਸ਼ਨ ਇਕੱਠੀ ਕਰ ਲਿਆ ਇੱਕੋ ਦੌੜ 'ਚ ਹੀ। ਰਾਜਾ ਕਹਿੰਦਾ ਹੁਣ ਦੱਸੋ ਰਿਸ਼ਤੇਦਾਰ ਨੂੰ ਵਜ਼ੀਰ ਰੱਖਾਂ ਕਿ ਇਹਨੂੰ ਰੱਖਾਂ? ਉਹ ਕਹਿੰਦਾ ਜੀ ਉਹੀ ਠੀਕ ਹੈ, ਰਿਸ਼ਤੇਦਾਰ ਤਾਂ ਚਮੜਾ ਬੁੱਧੀ ਵਿਚਾਰਾ, ਜਿੰਨੀ ਗੱਲ ਕਹਿੰਦੇ ਉਨੀ ਗੱਲ, ਇਹ ਤੋਂ ਕਿੱਥੇ ਰਾਜ ਚੱਲਣਾ। ਇਸ ਕਰਕੇ ਹੈ ਕਿ ਤੇਲੀਆ ਬੁੱਧੀ ਹੁੰਦੀ ਹੈ ਕਿ ਜਿੱਥੇ ਅੱਧੀ ਗੱਲ ਦੱਸਦਿਆਂ ਸਾਰੀ ਗੱਲ ਨੂੰ ਕੈਚ ਕਰ ਜਾਵੇ ਉਹਨੂੰ ਤੇਲੀਆ ਬੁੱਧੀ ਕਹਿੰਦੇ ਨੇ। ਮਹਾਰਾਜ ਕਹਿੰਦੇ ਜਿਹੜੇ ਹੁਣ ਨਾਮ ਦਾ ਮੰਨਣ ਕਰਨ ਵਾਲੇ ਨੇ ਇਹਨਾਂ ਦੀ ਚਮੜਾ ਬੁੱਧੀ ਤੋਂ ਬਦਲ ਕੇ ਤੇਲੀਆ ਬੁੱਧੀ ਹੋ ਜਾਂਦੀ। ਮੰਨੈ ਸੁਰਤ ਹੋਵੇ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ। ਜਿਨ੍ਹਾਂ ਨੇ ਨਾਮ ਨੂੰ ਸੁਣ ਕੇ ਮੰਨਣ ਕਰ ਲਿਆ ਉਹਨਾਂ ਨੂੰ ਸਾਰੇ ਭਵਨਾਂ ਦੀ ਸੋਝੀ ਅੰਤਰਜਾਮਤਾ ਪ੍ਰਾਪਤ ਹੋ ਜਾਂਦੀ ਹੈ। ਅੰਤਰਜਾਮਤਾ ਬੈਠਾ ਦੇਖ ਲੈਣਾ, ਇੱਥੋਂ ਸਾਰਾ ਕੁਝ ਦਿਖ ਜਾਂਦਾ, ਪਿਛਲੇ ਯੁੱਗਾਂ ਦਾ, ਆਉਣ ਵਾਲੇ ਯੁੱਗਾਂ ਦਾ। ਜਦ ਗੁਰੂ ਅਮਰਦਾਸ ਜੀ ਗੋਇੰਦਵਾਲ ਸਾਹਿਬ ਤੋਂ ਚਲੇ ਗਏ, ਜਾ ਕੇ ਬੈਠ ਗਏ ਮਹਾਰਾਜ ਸੱਚੇ ਪਾਤਸ਼ਾਹ। ਸੋ ਉਸ ਵਕਤ ਸੰਨ ਸਾਹਿਬ ਗੁਰੂ ਘਰ ਆ, ਜਿੱਥੇ ਅੰਦਰੋਂ ਕੁੰਡੀ ਲਾ ਲਈ, ਬਾਹਰ ਲਿਖਤਾ ਜਿਹੜਾ ਦਰਵਾਜ਼ਾ ਖੋਲੂ ਉਹਦਾ ਮੂੰਹ ਕਾਲਾ ਹੋਵੇਗਾ, ਲੋਕ ਪਰਲੋਕ 'ਚ ਕੋਈ ਨਾ ਬੜੇ। ਬਾਬਾ ਬੁੱਢਾ ਜੀ ਨੂੰ ਸੰਗਤ ਕਹਿੰਦੀ ਬਾਬਾ ਜੀ ਮਹਾਰਾਜ ਨੂੰ ਮੱਥਾ ਟੇਕਣਾ, ਮਹਾਰਾਜ ਨੂੰ ਦਰਸ਼ਨ ਕਰਨੇ, ਸਾਨੂੰ ਦੱਸੋ ਮਹਾਰਾਜ ਕਿੱਥੇ ਨੇ? ਇਹ ਤੁਹਾਨੂੰ ਤਾਂ ਬਚਨ ਹੋਏ ਵੇ ਨੇ ਗੁਰੂ ਨਾਨਕ ਦੇਵ ਜੀ ਦੇ, ਤੁਹਾਡੇ ਕੋਲੋਂ ਛੁਪੇ ਨਹੀਂ ਰਹਾਂਗੇ। ਬਾਬਾ ਜੀ ਬਹਿ ਗਏ ਸਮਾਧੀ ਲਾ ਕੇ, ਘੁਮਾਈ ਨਿਗਾਹ ਸਾਰੇ ਪਾਸੇ। ਵੈਸੇ ਤਾਂ ਇਹ ਕਹਿਣ ਦੀਆਂ ਗੱਲਾਂ, ਨਿਗਾਹ ਘੁਮਾਉਣੀ ਨਹੀਂ ਪੈਂਦੀ, ਕਲਿੱਕ ਕਰਨਾ ਬਸ। ਧੰਨ ਗੁਰੂ ਅਮਰਦਾਸ ਕਹਿੰਦੇ ਆ ਸਾਰੀ ਬੈਠੇ ਨਜ਼ਰ ਆਏ, ਕਹਿੰਦੇ ਉਹ ਤਾਂ ਉੱਥੇ ਬੈਠੇ ਆਪਦੇ ਪਿੰਡ ਦੇ ਕੋਲੇ ਕੋਠੇ ਦੇ ਵਿੱਚ ਨੇ। ਪਰ ਸੰਗਤ ਨੂੰ ਨਾ ਦੱਸਿਆ ਬਾਬਾ ਜੀ ਨੇ ਵੀ ਮੈਨੂੰ ਪਤਾ। ਇਹ ਬ੍ਰਹਮ ਗਿਆਨੀ ਦੀ ਖਾਸੀਅਤ, ਅਜਰ ਅਵਸਥਾ ਨੂੰ ਜਰਨਾ। ਬਾਬਾ ਜੀ ਨੇ ਉਹਦੇ ਵਿੱਚ ਵੀ ਇੱਕ ਸਿਆਣਪ ਕਰ ਲਈ, ਕਹਿੰਦੇ ਇਹ ਜਿਹੜੀ ਘੋੜੀ ਹੈ ਨਾ ਗੁਰੂ ਅਮਰਦਾਸ ਜੀ ਦੀ, ਇਹਨੂੰ ਆਪਾਂ ਛੱਡ ਦਿੰਦੇ ਹਾਂ ਘੋੜੀ ਨੂੰ। ਘੋੜੀ ਆਪੇ ਹੀ ਉੱਥੇ ਪਹੁੰਚ ਜਾਵੇਗੀ ਜਿੱਥੇ ਬੈਠੇ ਹੋਣਗੇ, ਉਹ ਘੋੜੀ ਉੱਥੇ ਪਹੁੰਚ ਗਈ ਆਪਣੇ ਆਪ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੰਨੈ ਸਗਲ ਭਵਨ ਕੀ ਸੁਧ ਹੈ। ਸਾਰੇ ਭਵਨਾਂ ਦੀ, ਸੱਚਖੰਡ ਤੱਕ ਦੀ ਸੁਧ ਹੋ ਜਾਂਦੀ ਜੇ ਮਹਾਰਾਜ ਕਿਰਪਾ ਕਰਨ, ਸਾਰਾ ਕੁਝ ਹੀ ਦਿਖਦਾ ਜੀਵ ਨੂੰ। ਇਸ ਕਰਕੇ ਸਤਿਗੁਰੂ ਕਹਿੰਦੇ ਮੰਨਣ ਵਿੱਚ ਬਹੁਤ ਤਾਕਤ ਹੈ। ਮੰਨੈ ਮੋਹ ਚੋਟਾ ਨਾ ਖਾਏ। ਨਾਮ ਦੇ ਮੰਨਣ ਨਾਲ ਪ੍ਰਤੱਖ ਸੱਟਾਂ ਤਾਂ ਕੀ ਖਾਣੀਆਂ ਸੰਸਾਰਕ ਦੁੱਖਾਂ ਦੀਆਂ। ਕਹਿੰਦੇ ਜਮਦੂਤਾਂ ਦੀਆਂ ਸੱਟਾਂ ਵੀ ਮੂੰਹ ਦੇ ਉੱਤੇ ਨਹੀਂ ਖਾਂਦਾ, ਮੋਹ ਦੀਆਂ ਸੱਟਾਂ ਵੀ ਨਹੀਂ ਖਾਂਦਾ। ਕਿਉਂਕਿ ਨਾਮ ਦੇ ਮੰਨਣ ਕਰਨ ਨਾਲ ਜਦੋਂ ਮਿਥਿਆ ਰੂਪ ਸੰਸਾਰ ਮਿਥਿਆ ਨਜ਼ਰ ਆਉਣ ਲੱਗ ਪਿਆ, ਸਾਰੇ ਭਵਨਾਂ ਦੀ ਬ੍ਰਹਮ ਰੂਪਤਾ ਕਰਕੇ ਗਿਆਤ ਪ੍ਰਾਪਤ ਹੋ ਗਈ, ਪਵਿੱਤਰਤਾ ਪ੍ਰਾਪਤ ਹੋ ਗਈ। ਫਿਰ ਹਰ ਇੱਕ ਗਿਆਨ ਬ੍ਰਹਮ ਦੇ ਵਿੱਚ ਹੋ ਗਿਆ, ਹਿਰਦੇ 'ਚ ਬ੍ਰਹਮ ਦਾ ਗਿਆਨ ਹਰੇਕ ਚੀਜ਼ ਦਾ। ਉੱਥੇ ਹੁਣ ਚੋਟਾਂ ਕਿੱਥੇ ਖਾਣੀਆਂ ਨੇ, ਕਿਉਂਕਿ ਗਿਆਨ ਆ ਗਿਆ ਹਿਰਦੇ 'ਚ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਮੰਨਣ ਕਰਨ ਵਿੱਚ ਹੀ ਇੰਨੀ ਤਾਕਤ ਹੈ, ਕਮਾਉਣ ਵਿੱਚ ਕਿੰਨੀ ਹੋਵੇਗੀ। ਸ਼ਰਵਣ ਕਰਨ ਵਿੱਚ ਹੀ ਬਹੁਤ ਤਾਕਤ ਹੈ। ਜਦੋਂ ਗੁਰੂ ਨਾਨਕ ਦੇਵ ਜੀ ਗਏ ਨਾ ਪਹਾੜਾਂ ਵੱਲ ਨੂੰ, ਹਿਮਾਲਿਆ ਪਰਬਤ ਵੱਲ, ਕਾਗ ਭਸੁੰਡ ਬਹੁਤ ਲੰਬੀ ਉਮਰ ਦਾ ਰਿਸ਼ੀ ਭਾਈ ਮਰਦਾਨਾ ਨੂੰ ਕਹਿਣ ਲੱਗਾ ਮੇਰੇ ਹੁੰਦਿਆਂ ਹੁੰਦਿਆਂ ਕਈ ਵਾਰੀ ਪਰਲੋਂ ਆਈ ਆ, ਦੁਨੀਆ ਨਾਸ ਹੋਈ ਫੇਰ ਬਣੀ ਆ। ਭਾਈ ਮਰਦਾਨਾ ਜੀ ਕਹਿਣ ਲੱਗੇ ਮਹਾਰਾਜ ਇਹ ਪਰਲੋਂ ਵੀ ਆਉਂਦੀ ਫੇਰ ਵੀ ਉਸ ਤਰ੍ਹਾਂ ਦਾ ਹੀ ਰਹਿੰਦਾ। ਕਹਿੰਦੇ ਭਾਈ ਦੱਸ, ਕਾਗ ਭਸੁੰਡ ਤੂੰ ਹੀ ਦੱਸ ਤੇਰੇ 'ਚ ਸ਼ਕਤੀ ਕਿੱਥੋਂ ਆਈ? ਕਹਿੰਦੇ ਸ਼ਰਵਣ ਕਰਨ ਨਾਲ। ਕਹਿੰਦੇ ਜਿੱਥੇ ਵੀ ਕਥਾ ਹੁੰਦੀ ਮੈਂ ਜਾ ਕੇ ਸ਼ਰਵਣ ਕਰਦਾ, ਬਸ ਕੀਰਤਨ ਹੁੰਦਾ ਮੈਂ ਸ਼ਰਵਣ ਕਰਦਾ ਕੰਨਾਂ ਨਾਲ। ਕਹਿੰਦੇ ਸੁਣ ਸੁਣ ਕੇ ਹੀ ਮੇਰੇ 'ਚ ਤਾਕਤ ਆ ਗਈ, ਸੁਣ ਹਰ ਕਥਾ ਉਤਾਰੀ ਮੈਲ। ਇਸ ਕਰਕੇ ਕਹਿੰਦੇ ਮੇਰੇ 'ਚ ਇਹੀ ਜੀ ਤਾਕਤ ਹੈ, ਜੇ ਪਾਣੀ ਦੀ ਪਰਲੋਂ ਆਵੇ ਮੈਂ ਪਾਣੀ ਬਣ ਜਾਂਦਾ। ਫਿਰ ਪਾਣੀ ਮੈਨੂੰ ਕਿਵੇਂ ਡੁਬੋਵੇਗਾ?
जे अग दी परलों आवे मैं अग रूप हो जाना, रूप ही बदला लेना अपना। ये चीज़ां हुण नाम दे विच ने। असल विच दुनिया भी सच्ची है। पैसे की ताकत कित्थों तक है, या संसारी विद्या की ताकत जिहड़ी आ वो कित्थों तक काम कर सकदी। ताइयों डॉक्टर कहते हैं ये हो नहीं सकता, साइंसदान कहते ये हो नहीं सकता, क्योंकि उन्होंने को उन्नी पावर है, वो तो सच ही बोलते हैं। पर सब कुछ हो सकता जब नाम दा सारा हिरदे च प्रकाश हुंदा, सब कुछ हो सकता है। क्योंकि अपने को नाम वो ताकत आ गई जिस नाम करके पंजे तत्त बने ने, जिस नाम करके सृष्टि की रचना हुई है, जिस नाम ने ही साडे मस्तक का लेख लिखिया है। ऊं तो कहते लेख ना मिटाई है सखी जो लिखिया करतार, पर कहते गुर का शब्द काट है कोट कर्म। दूजे पासे गुरु का शब्द करोड़ां कर्मां नूं कट्टण नूं समर्थ भी है। वो मेटदा नहीं, लेख ना मिटाई है सखी, मिटदा नहीं लेख। कट्टना किवें हुंदा? जिवें भाई दयालदास ने अमृत छकिया, महाराज कहते दयालदास दयाल सिंह बन के भी नीवी जी पा के बैठा, की गल? कहते सुपने बड़े भैड़े आए रात, कदे मर के सप बनया, बिल्ला बनया, फिर कुछ बनया, सारी रात जमदा मरदा ही रहा। अमृत चंगा छकिया। महाराज सच्चे पातशाह कहन लगे 150 जन्म हले बाकी सी तेरे मत्थे ते लिखिया होया, असीं वो जन्म सुपने विच ही सारा ही भुगताता, काम ही मुकाया। जिवें आपां कोई रील ना देखनी होवे, आपां फॉरवर्ड कर दिंदे, अगे कर दिंदे, मैं ये नहीं देखनी, वो गाहां करो इनू। महाराज जो चक्री जी सारी घुमा दिंदे, लिखे होए नूं मेटदे भी नहीं ते सुपने विच ही भुगता के सिख नूं सारा कुछ सैट कर दिंदे। कई बार आपां ये देखते हैं कि बहुत भगती करन वाले नूं आम लोकां नालों कई बार ज्यादा बीमारियां लग जांदियां। हुण अगला कहंदा भी चंगा पाठ करन लगे तो बीमारियां बहुत लग गई, क्योंकि उहनूं अगला जन्म देना ही नहीं। आउण वाले जन्मां दे सारे रोग हुणे ही घटा देने, सारे जिन्ने रोग लगने सी उहनूं थोड़े थोड़े च घटा दिंदे। उहनूं होऊगा जरूर उहनूं रोग, पर वो मिट जू, फिर एक होर लग जू, फिर मिट जू, फिर एक होर लग जू। महाराज सारे रोग इसे जन्म चों दे कट के सारे लेखे पत्ते बराबर कर दिंदे। पर आम बंदे नूं इन्हां चीज़ां दी समझ लगदी कि मेरे नाल की चक्कर चल रहा। इस करके सतगुरु महाराज सच्चे पातशाह कहंदे ने कि वो बंदा चोटां नहीं खांदा, काम क्रोध लोभ मोह हंकार दीयां चोटां नहीं खांदा। मन्नै जम कै साथ न जाए, नाम दे मनन करन वाले जीव अंत समय जमां दे नाल नरकां नूं नहीं जांदे, क्योंकि नाम जपिया होया। इत्थों तक जे अपने घर दा एक भी बंदा नाम विच निपुण हो जावे ना, ਉਹਦੇ ਨਾਲਦਿਆਂ ਨੂੰ ਵੀ ਸੋਚ ਕੇ ਹੀ ਹੱਥ ਪਾਉਂਦੇ ਨੇ। ਜਿਵੇਂ ਸੰਸਾਰੀ ਉਦਾਹਰਨ ਦੇਣੀ ਪੈਂਦੀ, ਜਿਵੇਂ ਇੱਕ ਬੰਦਾ ਮੰਤਰੀ ਬਣ ਜਾਂਦਾ ਨਾ, ਉਹਦੇ ਕਿਸੇ ਛੋਟੇ ਤੋਂ ਛੋਟੇ ਰਿਸ਼ਤੇਦਾਰ ਨੂੰ ਵੀ ਸੋਚ ਕੇ ਹੱਥ ਪਾਉਂਦਾ ਅਗਲਾ ਵੀ ਇਹਦੀ ਪਹੁੰਚ ਬੜੀ ਗਾਹਾਂ ਤੱਕ। ਬਸ ਇਸੇ ਤਰ੍ਹਾਂ ਹੀ ਆ, ਜਿੱਥੇ ਇੱਕ ਬ੍ਰਹਮ ਗਿਆਨ ਚਲਿਆ ਗਿਆ ਜੀਵ ਇੱਕ ਕੁਲ ਦੇ ਵਿੱਚ, ਉਸ ਕੁਲ ਵਾਲੇ ਨੂੰ ਵੀ ਸੋਚ ਕੇ ਹੱਥ ਪਾਇਆ ਜਾਂਦਾ ਵੀ ਧਿਆਨ ਨਾਲ ਹੱਥ ਪਾਇਓ ਇਹਨੂੰ, ਕਿਉਂਕਿ ਇਹ ਤਾਂ बहुत बड़ा खजाना इन्होंने टब्बर च बैठा है। सो महाराज कहते हैं इसे करके जो नाम मनन करना ना, जे मन करके देख लवूं तो ऐसा नाम निरंजन होए, जे को मन न जाने मन कोय। माया मल विद्या तो रहत जो निरंजन परमात्मा, ਉਹਦਾ नाम पिछे भी ऐसा ही सी, हुण भी अगे नूं भी ऐसा ही होवेगा। जे को मन जाने मन कोय, जे को मन दे अंदर मनना करना जाने ना, ਉਹੀ ਬੰਦਾ ਸੰਸਾਰ ਸਾਗਰ ਤੋਂ ਪਾਰ ਹੁੰਦਾ। ਹੁਣ ਮਹਾਰਾਜ ਨੇ ਬਚਨ ਕੀਤਾ ਨਾ ਕਿ ਨਾਮ ਭਗਤ ਕੈ ਪ੍ਰਾਨ ਆਧਾਰ, ਨਾਮੋ ਧਨ ਨਾਮੋ ਵਿਵਹਾਰ, ਨਾਮ ਵਡਾਈ ਜਨ ਸੋਭਾ ਪਾਏ, ਕਰ ਕਿਰਪਾ ਜਿਸ ਆਪ ਦਿਵਾਏ। ਨਾਮ ਭਗਤ ਕੈ ਸੁਖ ਸਥਾਨ, ਨਾਮ ਰਤ ਸੋ ਭਗਤ ਪ੍ਰਵਾਨ। ਹਰ ਕਾ ਨਾਮ ਜਨ ਕਉ ਧਾਰੈ, ਸਾਸ ਸਾਸ ਜਨ ਨਾਮ ਸਿਮਰੈ। ਕਹੋ ਨਾਨਕ ਜਿਸ ਪੂਰਾ ਭਾਗ, ਨਾਮ ਸੰਗ ਤਾਕਾ ਮਨ ਲਾਗ। ਸ੍ਰੀ ਸੁਖਮਨੀ ਸਾਹਿਬ ਦੇ ਅੰਦਰ ਤਾਂ ਬਹੁਤ ਭਾਰੀ ਸਿੱਖਿਆ ਦਿੱਤੀ ਹੋਈ ਗੁਰਾਂ ਨੇ। ਲੋਕੀ ਐਵੇਂ ਬਸ ਬਹਾਨੇਬਾਜ਼ੀ ਹੁੰਦੀ, ਉੱਥੇ ਜੁਗਤੀ ਨਾਮ ਦੀ ਪੁੱਛਣੀ, ਉੱਥੋਂ ਸੁਖਮਨੀ ਸਾਹਿਬ ਤੋਂ ਵੱਡੀ ਜੁਗਤੀ ਕਿਸੇ ਕੋਲ ਵੀ ਨਹੀਂ। ਜੇ ਸੁਖਮਨੀ ਸਾਹਿਬ ਦਾ ਪਾਠ ਬਹੁਤ ਪਿਆਰ ਨਾਲ ਇੱਕ ਇੱਕ ਪੰਕਤੀ ਸਮਝ ਕੇ ਕਰੀਏ, और ये समझिए कि गुरु अर्जन देव जी मैनू सारियां जुगतियां दस रहे ने, फिर किते जाण की लोड़ भी नहीं पैंदी।
ਲੋਕਾਂ ਦੇ ਕਹਿਣ ਦਾ ਭਾਵ ਹੁੰਦਾ ਕਿ ਫਲਾਣੇ ਥਾਂ ਜਾਓ, ਕੋਈ ਸਿਰ ਤੇ ਹੱਥ ਰੱਖ ਦੇਵੇਗਾ, ਸ਼ਾਇਦ ਮੈਨੂੰ ਬ੍ਰਹਮ ਗਿਆਨ ਹੋ ਜੇ, ਫਲਾਣੇ ਥਾਂ ਕੋਈ ਮੇਰੀ ਅਰਦਾਸ ਕਰ ਦੇ। ਕਿਸੇ ਨੇ ਕੁਛ ਨਹੀਂ ਦੇਣਾ, ਐਵੇਂ ਭਟਕੀ ਨਾ ਜਾਓ, ਕੋਈ ਨਹੀਂ ਦਿੰਦਾ ਕੁਛ। ਜੋ ਕੁਛ ਦੇਣਾ ਨਾ, ਉਹ ਸਾਰਾ ਕੁਛ ਗੁਰੂ ਗ੍ਰੰਥ ਸਾਹਿਬ ਨਹੀਂ ਸਿਰਫ ਦੇਣਾ ਹੁੰਦਾ, ਮਹਾਰਾਜ ਨੇ ਹੀ ਲੇਖ ਬਣਾਉਣੇ ਹੁੰਦੇ ਇਨਸਾਨ ਦੇ। ਪਰਮੇਸ਼ਰ ਆਪ ਹੈ, ਜਿਹਨੇ ਲੇਖ ਲਿਖਿਆ ਉਹੀ ਲੇਖ ਨੂੰ ਠੀਕ ਕਰ ਸਕਦਾ, ਦੂਜਾ ਨਹੀਂ ਕਰ ਸਕਦਾ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਥਾਂ ਥਾਂ ਭਟਕਣਾ ਕਰਨ ਨਾਲੋਂ ਸਤਿਗੁਰਾਂ ਦੀ ਸੇਵਾ ਵਿੱਚ ਲੱਗ ਜਾਓ। ਫਿਰ ਸਤਿਗੁਰੂ ਦੀ ਸੇਵਾ ਕਰੋ, ਸੰਗਤ ਦੀ ਸੇਵਾ ਕਰੋ, ਗੁਰਸਿੱਖਾਂ ਦੀ ਸੇਵਾ ਕਰੋ। ਮਹਾਰਾਜ ਸੱਚੇ ਪਾਤਸ਼ਾਹ ਆਪੇ ਪ੍ਰਸੰਨ ਹੋ ਜਾਂਦੇ ਨੇ ਉਹਦੇ ਤੇ।